ਅੱਛਾ ਜੀ, ਮੈਂ ਵੀਡੀਓ ਬਣਾਉਣ ਲੱਗਾ ਬੜੇ ਦੁੱਖ ਨਾਲ, ਬੜੇ ਅਫਸੋਸ ਦੇ ਨਾਲ, ਕਿਉਂਕਿ ਅਗਰ ਕੋਈ ਬੰਦਾ ਜਦੋਂ ਬਾਪ ਬਣਦਾ ਨਾ, ਜਦੋਂ ਬਾਪ ਬਣਦਾ ਉਦੋਂ ਉਹਨੂੰ ਆਪਣੀ ਔਲਾਦ ਦਾ, ਆਪਣੀ ਧੀ ਦਾ, ਆਪਣੇ ਪੁੱਤਰ ਦੇ ਬਾਰੇ ਜਿਹੜਾ ਅਹਿਸਾਸ ਹੁੰਦਾ, ਜਿਹੜੀ ਦਰਦ ਹੁੰਦੀ ਹੈ ਨਾ, ਇੱਕ ਬਾਪ ਹੀ ਮਹਿਸੂਸ ਕਰ ਸਕਦਾ। ਦੂਜਾ ਬੰਦਾ ਗੱਲ ਸੁਣ ਕੇ ਮਾੜਾ ਜਿਹਾ ਦਰਦ ਹੋਏਗਾ, ਕੋਈ ਮਹਿਸੂਸ ਕਰੇਗਾ, ਲੇਕਿਨ ਅਸਲ ਦਰਦ ਉਦੋਂ ਮਹਿਸੂਸ ਹੁੰਦਾ ਜਦੋਂ ਬੰਦਾ ਆਪਣੇ ਬੱਚੇ ਨੂੰ ਅੱਗੇ ਰੱਖ ਕੇ ਸੋਚੇ। ਜਦੋਂ ਆਪਣੇ ਬੱਚੇ ਨੂੰ ਜਾਂ ਬੱਚੀ ਨੂੰ ਅੱਗੇ ਰੱਖ ਕੇ ਸੋਚੇ ਨਾ ਕਿ ਯਾਰ ਜੇ ਆ ਵਾਕਿਆ ਮੇਰੀ ਬੇਟੀ ਨਾਲ ਆਇਆ ਜਾਂ ਮੇਰੇ ਬੇਟੇ ਨਾਲ ਆ ਜਾਂਦਾ ਤੇ ਮੈਂ ਕੀ ਕਰਦਾ। ਹੁਣ ਮੈਂ ਉਸ ਬੰਦੇ ਨੂੰ ਸਲਾਮ ਕਰਦਾ, ਉਹਦੇ ਬਾਪ ਨੂੰ, ਇਸ ਬੇਟੀ ਦੇ ਬਾਪ ਨੂੰ, ਜਿਨੇ ਹਾਲੇ ਤੱਕ ਵੀ ਸਬਰ ਕੀਤਾ, ਕਿਉਂਕਿ ਇਹ ਵਾਕਿਆ ਹੋਇਆ ਸਰਗੋਧੇ ਦਾ। ਉਹ ਤੁਸੀਂ ਕਿਹੜਾ ਜ਼ੁਲਮ ਕੀਤਾ ਜੀ ਇਸ ਬੱਚੀ ਦੇ ਨਾਲ। ਉਹ ਫੁੱਲ ਭਾਰ ਬੱਚੀ, ਰੱਬ ਦੀ ਰਹਿਮਤ ਦੇ ਨਾਲ ਤੁਸੀਂ ਛੇੜਖਾਨੀ ਕੀਤੀ, ਉਹਦੇ ਨਾਲ ਤੁਸੀਂ ਜ਼ਿਆਦਤੀ ਕੀਤੀ ਵਿਚਾਰੀ ਨਾਲ। ਤੇ ਅੱਲਾ ਦੀ ਕਸਮ ਰੋਣ ਆਉਂਦਾ ਆ। ਅਸੀਂ ਕਹਿੰਦੇ ਕਿ ਆਪਣੀਆਂ ਬੱਚੀਆਂ ਨੂੰ ਬਾਹਰ ਨਾ ਭੇਜਿਓ। ਅਸੀਂ ਹੁਣ ਵੀਡੀਓ ਬਣਾਉਂਦੇ, ਹਰ ਬੰਦਾ ਇਹ ਕਹੇਗਾ ਉਹ ਖੁਦਾ ਦਾ ਵਾਸਤਾ ਜੇ ਆਪਣੀਆਂ ਬੱਚੀਆਂ ਨੂੰ ਬਾਹਰ ਨਾ ਜਾਣ ਦਿਓ, ਉਹ ਆਪਣੇ ਬੱਚੇ ਨੂੰ ਬਾਹਰ ਨਾ ਜਾਣ ਦਿਓ। ਇੱਦਾਂ ਦਾ ਨਿਜ਼ਾਮ ਕਿਉਂ ਨਹੀਂ ਹੋ ਜਾਂਦਾ ਕਿ ਬੱਚੀਆਂ ਜਦੋਂ ਮਰਜ਼ੀ ਦਿਲ ਕਰਦਾ, ਜਦੋਂ ਮਰਜ਼ੀ, ਜਿੱਥੇ ਮਰਜ਼ੀ ਦੁਕਾਨ ਤੇ ਜਾ ਸਕਣ। ਇੱਦਾਂ ਦਾ ਨਿਜ਼ਾਮ ਕਿਉਂ ਨਹੀਂ ਹੈਗਾ? ਆ CCD ਵਾਲਿਆਂ ਨੇ ਇੰਨਾ ਕੁ ਕੀਤਾ ਆ, ਕਹਿ ਲਓ ਕਿ ਸ਼ਰਮ, ਲੇਕਿਨ ਪਤਾ ਨਹੀਂ ਕਿਉਂ ਨਹੀਂ ਹਟਦੇ। ਇਹ ਫੈਰ ਨਹੀਂ ਵੱਜਣੇ ਚਾਹੀਦੇ ਇੱਦਾਂ ਦੇ ਬੰਦੇ ਦੇ ਨਾਲ। ਉਹਨੂੰ ਇੱਕ ਪੈਰ ਇੱਥੋਂ, ਮੈਨੂੰ ਗੁੱਸਾ ਇੰਨਾ ਚੜਨ ਦਾ, ਖੁਦਾ ਦੀ ਕਸਮ ਰੋਣ ਵੀ ਆਉਂਦਾ ਕਿ ਜਿੰਨੀ ਇਸ ਬੱਚੀ ਦੇ ਨਾਲ ਜ਼ਿਆਦਤੀ ਕੀਤੀ ਉਸ ਬੰਦਿਆਂ ਨੇ। ਅੱਛਾ, ਜ਼ਿਆਦਤੀ ਕਰ ਲਈ, ਮੁੜ ਕੇ ਗਲਾ ਕੱਟ ਦਿੱਤਾ। ਉਹ ਤੋਬਾ ਨਾ ਔਜ਼ ਬਿੱਲਾ, ਅੱਲਾਹ ਪਾਕ ਮਾफ़ ਕਰੇ। ਉਹ ਤੁਹਾਨੂੰ ਭੋਰਾ ਵੀ ਖੁਦਾ ਦਾ ਖੌਫ ਨਹੀਂ ਆਇਆ? ਤੁਹਾਡੇ ਜ਼ਿਹਨ 'ਚ ਇਹ ਨਹੀਂ ਹੈ ਵੀ ਸਾਡੀ ਵੀ ਭੈਣ, ਸਾਡੀ ਧੀ, ਸਾਡੀ ਭਾਣਜੀ, ਸਾਡੀ ਭਤੀਜੀ ਜਾਂ ਸਾਡੀ ਛੋਟੀ ਭੈਣ ਜਾਂ ਸਾਡੀ ਮਾਂ ਦੇ ਨਾਲ ਕੋਈ ਇੱਦਾਂ ਕਰੇ, ਤੁਹਾਡੇ ਤੇ ਕੀ ਬੀਤੇ? ਕਿਉਂਕਿ ਤੁਹਾਨੂੰ ਕੋਈ ਅਸਰ ਨਹੀਂ ਹੋਣਾ। ਤੁਸੀਂ ਹੈ ਹੀ, ਤੁਹਾਡੇ ਵਰਗੀ ਔਲਾਦ ਜਦੋਂ ਪੈਦਾ ਹੁੰਦੀ ਹੈ ਨਾ, ਮੈਂ ਵੀਡੀਓ ਦੇ ਵਿੱਚ ਮੈਂ ਗਾਲਾਂ ਨਹੀਂ ਕੱਢ ਸਕਦਾ। ਬਾਕੀ ਤੁਸੀਂ ਆਪ ਸੋਚ ਸਕਦੇ ਹੋ ਕਿ ਕਿੱਦਾਂ ਦੀਆਂ ਗਾਲਾਂ ਖਾਣ ਦੇ ਲਾਇਕ ਹੈ ਇਹ ਬੰਦਾ। ਤੇ ਜਨਾਬ, ਅਸੀਂ ਦੁਆਵਾਂ ਕਰਦੇ ਹਾਂ ਜੀ, ਸਾਰਿਆਂ ਨੇ ਕਹਿੰਦੇ ਇੱਕ ਦੂਜੇ ਨੂੰ ਕਹਿਣਾ ਯਾਰ ਆਪਣੀਆਂ ਬੱਚੀਆਂ ਨੂੰ ਬਾਹਰ ਨਾ ਭੇਜੋ, ਫਲਾਣ ਨਾ ਕਰੋ। ਕਿਉਂ ਨਾ ਭੇਜੀਏ ਬਾਹਰ ਬਈ? ਕਿਉਂ ਨਾ ਭੇਜੀਏ? ਇਹ ਇੱਦਾਂ ਦੇ ਬੰਦਿਆਂ ਨੂੰ ਇੱਥੋਂ ਕਿਉਂ ਨਹੀਂ ਚੱਕਦੇ ਤੁਸੀਂ? ਇਹਨਾਂ ਦੇ ਬੰਦਿਆਂ ਦੇ ਕਿ ਕੋਈ ਵੀ ਨਵਾਂ ਬੰਦਾ ਇਹ ਕਰਨ ਵਾਲੇ ਪਾਸੇ ਨਾ ਜਾਵੇ। ਤੇ ਇਹ ਬੰਦਾ ਦੱਸ ਰਿਹਾ, ਦਾ ਬਾਪ ਦੱਸ ਰਿਹਾ, ਯਾਰ ਕਿੱਡਾ ਹੌਸਲਾ ਉਸ ਬੰਦੇ ਦਾ ਕਿ ਉਹ ਇੱਕ ਆਪਣੇ ਜ਼ਬਾਨੋਂ ਦੱਸ ਰਿਹਾ ਕਿ ਬੱਚੀ ਸੁਬਾਹ ਭੇਜੀ ਉਹਨਾਂ ਨੇ ਬੈਕਰੀ ਤੇ ਇੱਕ ਸਮਾਨ ਲੈਣ, ਕੋਈ ਸਟੋਰ ਸੀਗਾ ਉੱਥੇ ਸਰਗੋਧੇ ਵਾਲੀ ਸਾਈਡ ਤੇ ਨਾ, ਕੋਈ ਸਟੋਰ ਸੀ, ਉਹ ਕੋਈ ਸਮਾਨ ਲੈਣ ਭੇਜੀ। 10 ਮਿੰਟ ਲੰਘੇ, 15 ਲੰਘੇ। ਤੁਸੀਂ ਆਪ ਸੋਚੋ, ਬੱਚਾ ਘਰੋਂ ਬਾਹਰ ਗਿਆ ਹੋਵੇ, 10-15 ਮਿੰਟ ਨਾ ਆਵੇ, ਪਤਾ ਜੀ ਉਹ ਤੁਹਾਨੂੰ 15 ਮਿੰਟ ਜਾਂ 10 'ਚ ਵਾਪਸ ਆ ਜਾਣਾ, ਜਿੰਨਾ ਕੁ ਫਾਸਲਾ, ਕੀ ਹਿਸਾਬ ਕਿਤਾਬ ਆ। ਚਲੋ 5 ਮਿੰਟ ਵੱਧ ਲੱਗ ਗਏ। ਉਹ ਜਦੋਂ ਬਾਪ ਨੇ ਵੇਖਿਆ ਕਿ 20-25 ਮਿੰਟ ਲੱਗ ਗਏ, ਅੱਧਾ ਘੰਟਾ ਲੰਘ ਗਿਆ, ਬੱਚੀ ਨਹੀਂ ਆਉਣ ਡਈ, ਬਾਹਰ ਨਿਕਲਿਆ, ਝਾਤੀ ਮਾਰੀ, ਕੋਈ ਨਜ਼ਰ ਨਹੀਂ ਆਈ। ਘੰਟਾ ਲੰਘ ਗਿਆ ਇੱਦਾਂ ਹੀ ਕੰਮ 'ਚ। ਮੁੜ ਕੇ ਇੱਧਰ ਉੱਧਰ ਫੋਨ ਕਰਨੇ ਸ਼ੁਰੂ ਕਰਤੇ, ਵੇਖਣਾ ਸ਼ੁਰੂ ਕਰਤਾ, ਬੱਚੀ ਸਟੋਰ 'ਤੇ ਭੇਜੀ ਆ। ਤੇ ਹੋਇਆ ਕੀ ਹੈ ਬੱਚੀ ਦੇ ਨਾਲ? ਬੱਚੀ ਕਿੱਧਰ ਗਾਇਬ ਹੋ ਗਈ ਆ? ਕਿਉਂਕਿ ਜਦੋਂ ਇੱਦਾਂ ਦਾ ਵਾਕਿਆ ਹੁੰਦਾ ਨਾ, ਇਨਸਾਨ ਦਾ ਦਿਲ ਫਿਰ ਖਲੋਂਦਾ ਨਹੀਂ, ਫਿਰ ਨੱਸਦਾ, ਹਰ ਪਾਸੇ ਸਿਰ ਮਾਰਦਾ। ਅੱਛਾ, ਉਹਨੇ ਕੀ ਕੀਤਾ? ਉਹਨੇ ਸਟੋਰ ਦੇ ਇੱਧਰਲੀ ਸਾਈਡ 'ਤੇ ਕੈਮਰਾ ਲੱਗਾ ਸੀ, ਉਹ ਕੈਮਰਾ ਖਿਲਾ ਕੇ ਵੇਖਿਆ ਤੇ ਬੱਚੀ ਸਟੋਰ ਦੇ ਅੰਦਰ ਗਈ ਆ। ਅੱਧਾ ਘੰਟਾ ਉਹਨੇ ਵੀਡੀਓ ਵੇਖੀ ਖਲੋ ਕੇ। ਉਹਨੇ ਕਿਹਾ ਮੈਂ ਵੇਖਾਂ ਬੱਚੀ ਇੱਥੋਂ ਨਿਕਲਦੀ ਕਿ ਨਹੀਂ। ਜਦੋਂ ਅੱਧੇ ਘੰਟੇ ਬਾਅਦ ਵੀ ਬੱਚੀ ਨਹੀਂ ਨਿਕਲੀ, ਫਿਰ ਉਹ ਬੰਦੇ ਨੇ ਦੂਜਾ CCTV ਕੈਮਰਾ ਜਿਹੜਾ ਦੂਜੀ ਸਾਈਡ 'ਤੇ ਸਟੋਰ 'ਤੇ ਲੱਗਾ ਸੀ, ਉਹ ਜਾ ਕੇ CCTV ਖਿਲਾ ਕੇ ਵੇਖਿਆ। ਜਦੋਂ ਉਹ ਵੇਖਿਆ ਕਿ ਬੱਚੀ ਉੱਥੋਂ ਉੱਧਰਲੀ ਸਾਈਡ 'ਤੇ ਤਾਂ ਨਹੀਂ ਗਈ, ਲੇਕਿਨ ਨਹੀਂ, ਬੱਚੀ ਉਹ ਸਟੋਰ ਦੇ ਅੰਦਰ ਸੀ। ਉਹ ਬੰਦਾ ਅੰਦਰ ਜਾਵੇ, ਉਹਨੇ ਪੁੱਛਿਆ ਜੀ, ਉਹਨੇ ਕੋਈ ਸੌਦਾ ਲੈ ਕੇ ਕਿੰਨੀ ਦੇਰ ਦੀ ਚੱਲ ਗਈ ਆ? ਲੇਕਿਨ ਉਹ ਬੰਦੇ ਦਾ ਦਿਲ ਸੀ, ਪਿਓ ਸੀ ਨਾ, ਮੰਨਦਾ ਨਾ ਸੀ, ਕਿਉਂਕਿ CCTV ਦੇ ਵਿੱਚ ਬੱਚੀ ਅੰਦਰ ਜਾਂਦੀ ਵੇਖੀ ਆ, ਬਾਹਰ ਨਿਕਲਦੀ ਉਹਨੇ ਨਹੀਂ ਵੇਖੀ। ਫਿਰ ਉਹਨੇ 15 'ਤੇ ਕਾਲ ਕੀਤੀ, ਪੁਲਿਸ ਆਈ ਆ। ਫਿਰ ਜਾ ਕੇ ਉੱਥੇ ਪਤਾ ਕੀਤਾ ਤੇ ਉਹ ਬੰਦੇ ਨੇ ਕਿਹਾ ਜੀ ਉਹ ਤਾਂ ਸੌਦਾ ਲੈ ਕੇ ਚੱਲ ਗਈ ਆ। ਲੇਕਿਨ ਨਹੀਂ, CCTV ਦੇ ਵਿੱਚ ਜਦੋਂ ਪਤਾ ਲੱਗਾ ਨਾ ਕਿ ਬੱਚੀ ਅੰਦਰੋਂ ਨਹੀਂ ਨਿਕਲੀ, ਫਿਰ ਉਹਨਾਂ ਨੇ ਪੁੱਛਾਣ ਕੀਤੀ, ਛਾਣਬੀਣ ਕੀਤੀ, ਬੰਦੇ ਨੂੰ ਫੜਿਆ। ਉਹਨੂੰ ਫੜ ਕੇ ਪੁੱਛਿਆ, ਉਹਨੇ ਕਿਹਾ ਜੀ ਇੱਦਾਂ ਆਈ ਸੀ ਤੇ ਜ਼ਿਆਦਤੀ ਕੀਤੀ ਉਹਦੇ ਨਾਲ। ਜ਼ਿਆਦਤੀ ਕਰਕੇ ਘਿਓ ਵਾਲਾ ਟੀਨ ਨਹੀਂ ਹੁੰਦਾ, ਉਹ ਪੱਤਰਾ ਜਿਹੜਾ ਹੁੰਦਾ, ਉਹ ਨੁਕਰੇ ਲਾ ਕੇ ਰੱਖਤੀ, ਬਾਲਟੀ ਵਿੱਚ ਸੁੱਟਤੀ ਵੀ ਚਲੋ ਇਹਨੂੰ ਕੱਲ੍ਹ ਨੂੰ ਕਿਤੇ ਰਾਤ ਨੂੰ ਸਪੁਰਦ ਕਰ ਦਾਂਗੇ, ਕਿਸੇ ਸਾਈਡ 'ਤੇ ਸੁੱਟ ਦਾਂਗੇ। ਲੇਕਿਨ ਅੱਲਾਹ ਪਾਕ ਦੀ ਜ਼ਾਤ ਜਦੋਂ ਇਨਸਾਫ ਕਰਨ 'ਤੇ ਆਉਂਦੀ ਹੈ ਨਾ, ਉਹ ਪੈਰ 'ਤੇ ਹੀ ਇਨਸਾਫ ਕਰਦੀ ਆ। ਉਸੇ ਟਾਈਮ ਹੀ ਉਹਨੇ ਇੰਨਾ ਮੌਕਾ ਹੀ ਨਹੀਂ ਦਿੱਤਾ ਰੱਬ ਦੀ ਜ਼ਾਤ ਨੇ ਕਿ ਉਹਨਾਂ ਨੂੰ ਕਿਤੇ ਨੱਸਣ ਦਾ, ਕਿਸੇ ਭੱਜਣ ਦਾ, ਕਿਤੇ ਬਿਲੇ ਲਾਉਣ ਦਾ। ਜਦੋਂ ਬਿਲੇ ਲਾ ਦਿੰਦੇ ਫਿਰ ਤਾਂ ਕੁਝ ਦਿਨ ਲੰਘ ਜਾਣੇ ਸੀ, ਲੇਕਿਨ ਰੱਬ ਨੇ ਉਹਨਾਂ ਨੂੰ ਇੰਨੀ ਇਜਾਜ਼ਤ ਨਹੀਂ ਦਿੱਤੀ।
ਤੇ ਮੇਰੇ ਵੱਲੋਂ ਤੁਹਾਡੇ ਵਾਸਤੇ ਕਰੋੜਾਂ ਹੱਥ ਤੁਹਾਡੇ ਤੇ ਤੁਹਾਡੇ ਜਿਹਦਾ ਤੁਸੀਂ ਦੁੱਧ ਪੀਤਾ ਉੱਤੇ ਵੀ ਨਾਲ ਤੁਹਾਡੇ ਪਿਓ ਤੇ ਜਿਨੇ ਤੇਰੇ ਵਰਗਾ ਮਿਆਂ ਜਿਨੇ ਇਸ ਬੱਚੀ ਦੇ ਨਾਲ ਹੁਣ ਅਲਫਾਜ਼ ਨਹੀਂ ਹੈਗੇ ਕਿ ਮੈਂ ਕੀ ਕਵਾਂ। ਅਗਰ ਪਿਓ ਦਾ ਵਸ ਚੱਲਦਾ ਨਾ, ਜਿੱਦਾਂ ਉਹਨੇ ਗ੍ਰਿਫਤਾਰ ਕੀਤੀ ਉੱਥੇ ਉਹਨੂੰ ਕਤਲ ਦਾ ਬਦਲਾ ਕਤਲ ਉੱਥੇ ਹੀ ਕਤਲ ਕਰ ਦਿੰਦਾ। ਹੁਣ ਕਾਨੂੰਨ ਦੇ ਹੱਥ ਚੜ ਗਿਆ। ਹੁਣ ਸਾਡੀ ਅਪੀਲ ਹੈ ਇਸ ਹਕੂਮਤ ਅੱਗੇ, ਉਸ ਇਲਾਕੇ ਅੱਗੇ, ਉਸ ਪੁਲਿਸ ਅੱਗੇ ਕਿ ਇਸ ਬੰਦੇ ਨੂੰ ਇਦਾਂ ਦਾ ਬਣਾਇਓ, ਇਦਾਂ ਦਾ ਕਰਿਓ ਇਹਦੇ ਨਾਲ ਕਿ ਦਰਿੰਦੀ ਦੁਨੀਆ ਤੱਕ ਯਾਦ ਰੱਖੇ ਇਹ ਬੰਦਾ, ਤਾਂ ਕਿ ਕੋਈ ਵੀ ਕਿਸੇ ਹੋਰ ਬੱਚੀ ਦਾ, ਕਿਸੇ ਧੀ ਦਾ, ਕਿਸੇ ਭੈਣ ਦਾ ਇਦਾਂ ਦਾ ਕੰਮ ਨਾ ਕਰਨੇ ਬੰਦੇ। ਇਦਾਂ ਦਾ ਇਹਨੂੰ ਇਦਾਂ ਦੀ ਸਜ਼ਾ ਦਿਓ। ਮੇਰੇ ਕੋਲ ਬਹੁਤੇ ਅਲਫਾਜ਼ ਨਹੀਂ ਅੱਗੇ ਬੋਲਣ ਵਾਲੇ, ਲੇਕਿਨ ਵੀਡੀਓ ਮੈਂ ਇੱਥੇ ख़त्म ਕਰਦਾ। ਤੇ ਕਮੈਂਟ ਦਾ ਵਿੱਚ ਆਪਣੇ ਇਜ਼ਹਾਰ ਲਾਜ਼ਮੀ ਕਰਨਾ ਤੇ ਵੀਡੀਓ ਤੋਂ ਅੱਗੇ ਸ਼ੇਅਰ ਲਾਜ਼ਮੀ ਕਰ ਦੇਣਾ, ਤਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਵੀ ਸਜ਼ਾ ਦਿੱਤੀ ਜਾਵੇ। ਸਜ਼ਾਏ ਮੌਤ ਤੇ ਕੁਛ ਵੀ ਨਹੀਂ, ਸਜ਼ਾਏ ਮੌਤ ਦੇ ਕੇ ਇਹਨਾਂ ਦੇ ਚਾਹੀਦੇ ਆ, ਇਹ ਇਹਨਾਂ ਦਾ ਬਦਲਾ ਹੋਣਾ ਚਾਹੀਦਾ। ਠੀਕ ਆ ਜੀ, ਅੱਲਾ ਹਾਫਿਜ਼।